ਕਿ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਪਿਆਰੀ ਸਾਧ ਸੰਗਤ ਜੀ, ਗੁਰੂ ਸਾਹਿਬ ਅੱਜ ਸਾਨੂੰ 239 ਅੰਗ ਦੇ ਉੱਪਰ ਗੁਰ ਪ੍ਰਸਾਦ ਦੇਣਗੇ, ਸੋਝੀ ਬਖਸ਼ਣਗੇ। ਆਓ ਪਹਿਲਾਂ ਅਰਦਾਸ ਕਰੀਏ, ਬੇਨਤੀਆਂ ਕਰੀਏ। ਹੇ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ, ਆਦ ਸੱਚ ਜੁਗਾਦ ਸੱਚ ਏਕ ਓਂਕਾਰ ਪ੍ਰਭੂ, ਸਾਡੇ ਤੇ ਕਿਰਪਾ ਕਰੋ, ਮਿਹਰ ਕਰੋ। ਐਸੀ ਮਿਹਰ ਕਰੋ ਕਿ ਸਾਨੂੰ ਸਭ ਨੂੰ ਬਾਣੀ ਦੀ ਸਮਝ ਆ ਜਾਵੇ ਅਤੇ ਬਾਣੀ ਤੇ ਅਮਲ ਵੀ ਕਰਨਾ ਆ ਜਾਵੇ। ਬਾਣੀ ਕਹੇ ਸੋ ਕਾਰ ਕਮਾਈਏ, ਇਹੋ ਜਿਹੀ ਕਿਰਪਾ ਸਾਡੇ ਤੇ ਕਰ ਦਿਓ। ਜਿਹੜਾ ਬਾਣੀ ਤੇ ਅਮਲ ਕਰਨ ਲੱਗ ਗਿਆ ਉਹ ਬੜੀ ਪਰਮ ਪਦ ਪਾ ਲੈਂਦਾ ਹੈ। ਉਹਦੀ ਦੁਨੀਆ ਦੇ ਵਿੱਚ ਜੈ ਜੈਕਾਰ ਹੋ ਜਾਂਦੀ ਹੈ, ਪਰ ਉਸ ਨੂੰ ਬਾਣੀ ਸਮਝਣੀ ਅਤੇ ਕਮਾਉਣੀ ਦੋਨੇ ਕੰਮ ਕਰਨੇ ਪੈਣਗੇ। ਇਹ ਦੋਨੇ ਕੰਮ ਅਸੀਂ ਅੱਜ ਨਹੀਂ ਕਰ ਰਹੇ। ਨਾ ਅਸੀਂ ਗੁਰਬਾਣੀ ਸਮਝ ਰਹੇ ਹਾਂ ਅਤੇ ਨਾ ਹੀ ਅਸੀਂ ਗੁਰਬਾਣੀ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੇਵਲ ਬਾਣੀ ਪੜ੍ਹ ਕੇ ਹੀ ਰੁਕ ਜਾਂਦੇ ਹਾਂ, ਅੱਗੇ ਨਹੀਂ ਵੱਧਦੇ। ਆਓ ਸਾਰੇ ਰਲ ਕੇ ਬਾਣੀ ਨੂੰ ਉਚਾਰੀਏ, ਬਾਣੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਸਾਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਪ੍ਰਾਪਤ ਹੋ ਜਾਣ, ਨਾਮ ਪ੍ਰਾਪਤ ਹੋ ਜਾਵੇ, ਮਨ ਸਾਡਾ ਰੱਜ ਜਾਵੇ, ਮਨ ਤ੍ਰਿਪਤ ਹੋ ਜਾਵੇ। ਗੌੜੀ ਮਹਿਲਾ ਪੰਜਵਾਂ। ਗੁਰ ਕੈ ਬਚਨ ਮੋਹੇ ਪਰਮਗਤ ਪਾਈ, ਗੁਰ ਪੂਰੇ ਮੇਰੀ ਪੈਜ ਰਖਾਈ। ਰਹਾਉ 'ਚ ਫਿਰ ਗੁਰੂ ਸਾਹਿਬ ਕਹਿੰਦੇ, ਗੁਰ ਕੇ ਬਚਨ ਧਿਆਵੋ ਮੋਹੇ ਨਾਵੋ, ਗੁਰ ਪ੍ਰਸਾਦ ਮੋਹੇ ਮਿਲਿਆ ਥਾਉ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ। ਗੁਰਬਾਣੀ ਸ਼ੁਰੂ ਹੁੰਦੀ ਹੈ, ਗੁਰੂ ਦੇ ਬਚਨ ਸਾਡੇ ਕੋਲ ਆਉਣੇ ਸ਼ੁਰੂ ਹੋ ਜਾਂਦੇ। ਜਦੋਂ ਅਸੀਂ ਗੁਰੂ ਦੇ ਬਚਨਾਂ ਨੂੰ ਸੁਣਦੇ ਹਾਂ, ਉਹਨਾਂ 'ਤੇ ਅਮਲ ਕਰਦੇ ਹਾਂ, ਬੜਾ ਪਰਮਗਤ ਸਾਨੂੰ ਪ੍ਰਾਪਤ ਹੋ ਸਕਦੀ ਹੈ, ਹੋ ਜਾਊਗੀ। ਗੁਰੂ ਦਾ ਸਿੱਖ ਕਹਿੰਦਾ ਜੀ, ਮੈਂ ਗੁਰੂ ਦੇ ਬਚਨਾਂ ਨੂੰ ਸੁਣਿਆ, ਮੈਨੂੰ ਗੁਰੂ ਦੇ ਬਚਨਾਂ ਨੇ ਮੋਹ ਲਿਆ। ਬਾਣੀ ਮੈਨੂੰ ਇੰਨੀ ਮਿੱਠੀ ਲੱਗਣ ਲੱਗ ਗਈ ਅਤੇ ਮੈਂ ਉਸ 'ਤੇ ਅਮਲ ਕੀਤਾ, ਗੁਰੂ ਮੁਤਾਬਕ ਚੱਲਿਆ, ਗੁਰੂ ਦਾ ਕਹਿਣਾ ਮੰਨਿਆ। ਹੁਣ ਮੈਂ ਬੜੀ ਪਰਮਗਤ ਪਾ ਲਈ ਹੈ, ਬੜੀ ਮੇਰੀ ਉੱਚੀ ਅਵਸਥਾ ਆ ਗਈ ਹੈ। ਪਰ ਕਦੋਂ ਆਈ? ਜਦੋਂ ਮੈਂ ਆਪਦੀ ਮੱਤ ਛੱਡ ਕੇ ਗੁਰੂ ਦੀ ਮੱਤ 'ਤੇ ਚੱਲਿਆ। ਗੁਰੂ ਦੇ ਬਚਨ ਬੜੇ ਅਨਮੋਲ ਹੁੰਦੇ ਆ। ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ। ਸੁਣਤ ਕਮਾਵਤ ਹੋਤ ਉਦਾਰ, ਆਪ ਤਰੇ ਲੋਕਾਂ ਨਿਸਤਾਰ। ਕਹਿੰਦੇ ਅੱਗੇ ਮੈਂ ਬਾਣੀ ਵੈਸੇ ਪੜ੍ਹ ਜਾਂਦਾ ਸੀ ਜਲਦੀ ਜਲਦੀ, ਪਰ ਹੁਣ ਥੋੜ੍ਹਾ ਜਿਹਾ ਮੈਂ ਬਦਲਾਵ ਕੀਤਾ। ਗੁਰੂ ਦੇ ਬਚਨਾਂ ਨੂੰ ਸੁਣਿਆ ਅਤੇ ਮੈਨੂੰ ਬੜੇ ਮਿੱਠੇ ਲੱਗੇ। ਮੈਂ ਉਹਨਾਂ ਨੂੰ ਕਮਾਉਣਾ ਸ਼ੁਰੂ ਕਰ ਦਿੱਤਾ। ਹੁਣ ਮੇਰੀ ਬੜੀ ਪਰਮਗਤ ਪੈ ਗਈ ਹੈ। ਮਨ ਮੇਰਾ ਅੱਗੇ ਜਿਹੜਾ ਚਿੰਤਾਵਾਂ ਦੇ ਸੀਗਾ, ਉਹ ਚਿੰਤਾਵਾਂ ਖਤਮ ਹੋ ਗਈਆਂ। ਮੇਰਾ ਮਨ ਸਹਿਜਤਾ 'ਚ ਆ ਗਿਆ, ਰੁਕਣਾ ਸ਼ੁਰੂ ਹੋ ਗਿਆ। ਮੇਰਾ ਮਨ ਅੱਗੇ ਡਰੀ ਜਾਂਦਾ ਸੀ, ਹੁਣ ਮੇਰੇ ਡਰ ਖਤਮ ਹੋ ਗਏ। ਪਰਮਗਤ ਕਿਹੜੀ ਪਾਉਣੀ ਹੈ? ਮਨ ਸੰਤੋਖ 'ਚ ਆ ਗਿਆ, ਮਨ ਦੇ ਡਰ ਖਤਮ ਹੋ ਗਏ, ਚਿੰਤਾਵਾਂ ਖਤਮ ਹੋ ਗਈਆਂ।
दुख खत्म हो गया, सुख आ गया उन्हें। पर गुरु दे बचनां ते मैं तुर के, पर गुरु किहड़ा सी? पूरा गुरु मेरे कोले ग्रंथ साहब सी, होर मैं नकली गुरु कोले नहीं गया। नकली गुरु तो मैनू होर पासे ही तोड़ रहे सी, वो तो आपदी सेवा करा रहे सी। गुर पूरे मेरी पैज रखाई। ना नकली गुरुआं कोले जाके देखिया, वो तो मैनू आपदा गुलाम बनाते सी, कोई नहीं सिखाते सी। पर पूरे गुरु मैं ग्रंथ साहब कोले गया, ग्रंथ साहब की बाणी समझी। बाणी मैनू समझ के बड़ी मिठी लगन लगी। मैं बाणी ते अमल किया, फिर पूरे गुरु ने मेरी इज्जत रख दी। पूरे गुरु श्री गुरु ग्रंथ साहब ने मैनू काल पुरख नाल जोड़ दिता। मैं उस परमात्मा नूं हर वेले ध्याउंदा रहना, ते मेरी इज्जत रखी गई। मैं पंजे काबू कर लिया, इन्हां नूं जित लिया, मन नूं जित लिया मैं। हुण मेरा मन संतोख दे विच आ गया। गुरु दे बचनां ते चल के साडे पंजे विकार काबू आउंदे आ, मन रज जांदा है, संतोख च आ जांदा है, निरभौ निर्वैर हो जाता। फिर परम पद हुंदी है, एवें नहीं। जे साडे पंजे काबू नहीं आए तो साडे कोले कोई परम पद नहीं हो सकती, ना हैगी है। फिर रहाव च भी कहते मैं गुरु दे बचनां ते चल के नाम मैनू सिमरना आ गया। गुरु ने हौली हौली मैनू नाम सिमरना सिखा दिता है। वो नाम सिमरन दे नाल ही परमगत पई है, एवें नहीं। सारे गुरु ग्रंथ साहब दी गुरबाणी, गुरबाणी दा अखर अखर हरेक आदमी नूं एक ओंकार परमात्मा नूं याद करना, ध्याना सिखा रहा है। पर गुरबाणी ते चल के उन्होंने ध्याया जा सकता, एवें नहीं। गुर के बचन ध्यायो मोहे नाओ। फिर असीं पुछदे भी तू परम पद इहो जी की पाई, तैनूं गुरु ने की कराया? गुरु दे बचनां ने तैनूं की समझाया? कहंदे मैनूं गुरु दे बचनां ने परमात्मा दा नाम ध्याना सिखा दिता। मैं हौली हौली उहदा नाम ध्याना सिख लिया। गुर प्रसाद मोहे मिलिया थां। पर गुरु दे प्रसाद, गुरु दे ज्ञान दे नाल मैनू निराकार आसच जगा सच परमात्मा की समझ आ गई। मैं उन्होंने सब थां वसदा देख लिया। जिधर देखदा मैनू हुण परमात्मा ही दिखदा है, ते मैनू थां मिल गया, वो थां मिल गया जिथे मेरा मन रज जांदा है। परमात्मा दे चरनां 'च मेरा मन टिक गया। मेरे मन नूं मूल थे आ गया। हुण मेरा मन लोभ मोह हंकार पंजां वल्ली नहीं पाईदा। मैं गुरु दे ज्ञान राही वो थां पाल लिया, किहड़ा? परमात्मा दे नाम नूं ध्याउंदा। सच्चा नाम मेरा आधारो मैं कर लिया। हुण मेरा मन हर वेले हरि परमात्मा नूं ध्याउंदा रहिंदा, याद करदा रहिंदा, ਉਹਦੇ चरनां 'ਚ जुड़िया रहिंदा है, ते पंजां तो दूर होना शुरू हो गया। तां मैनू परमगत मिली है। गुर के बचन सुन रसन वखानी, गुरु किरपा ते अमृत मेरी बानी। कहते जिमें जिमें मैं गुरबाणी समझदा गया, अगे अगे ग्रंथ साहब नूं मैं समझदा गया, सुनदा गया। गुरुआं दे बचनां नाल मैनू पता लग गया भी ये परमात्मा ही सब कुछ है। ਉਹੀ सारी दुनिया नूं बना के चला रहा है, वो सब थां वस रहा। मैं गुरु दे बचन सुन के ज्ञान लैके मेरी रसना हुण परमात्मा दीयां सिफतां करन लग गई है। गुरबाणी ने मैनू परमात्मा दीयां सिफतां करनियां सिखा दित्तियां। हुण मैं तुरदा फिरदा किरतकार करदा भी परमात्मा दीयां सिफतां करदा रहना। तू ही करदा रहना, तेरा तेरा करदा रहना। राम राम अल्लाह अल्लाह वाहिगुरू वाहिगुरू तू ही करदा फिरदा रहना। मेरी जबान नूं अगे यह निंदिया चुगली ते लगी पई सी।
ਹੁਣ ਉਹੀ ਜ਼ਬਾਨ ਮੇਰੀ ਪਰਮਾਤਮਾ ਦੇ ਨਾਮ ਜਪਣ ਲੱਗ ਗਈ ਹੈ, ਧਿਆਉਣ ਲੱਗ ਗਈ ਹੈ, ਪਰਮਾਤਮਾ ਦੀ ਸਿਫਤਾਂ ਕਰਨ ਲੱਗ ਗਈ ਹੈ। ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਹੁਣ ਮੇਰੀ ਬਾਣੀ ਅੱਗੇ ਬੜੀ ਗੁੱਸੇ ਵਾਲੀ ਸੀ ਬੋਲੀ ਮੇਰੀ, ਹੁਣ ਉਹੀ ਮੇਰੀ ਜ਼ਬਾਨ ਬੜਾ ਮਿੱਠਾ ਬੋਲਦੀ ਹੈ। ਮੇਰਾ ਨਿੰਦਾ ਚੁਗਲੀ ਕਰਨ ਵਾਲਾ ਤੇ ਸੁਣਨ ਵਾਲਾ ਸੁਭਾਅ ਖਤਮ ਹੋ ਗਿਆ। ਗੁਰੂ ਦੀ ਕਿਰਪਾ ਨਾਲ ਮੇਰੀ ਬਾਣੀ, ਮੇਰੀ ਬੋਲੀ ਅੰਮ੍ਰਿਤ ਹੋ ਗਈ ਹੈ। ਮੈਂ ਹੁਣ ਇਸ ਜ਼ਬਾਨ ਦੇ ਨਾਲ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ, ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਹੁਣ ਪਰਮਾਤਮਾ ਦੀ ਵਾਹ ਵਾਹ ਕਰਦਾ ਫਿਰਦਾ ਰਹਿੰਦਾ। ਇਹੀ ਜ਼ਬਾਨ ਹੁਣ ਪਰਮਾਤਮਾ ਦੇ ਸਿਫਤਾਂ ਦੀ ਅੰਮ੍ਰਿਤ ਬੋਲੀ ਬੋਲਣ ਲੱਗ ਗਈ ਹੈ। ਮੇਰੀ ਜੀਭ ਦੇ ਵਿੱਚ ਸੁਧਾਰ ਆ ਗਿਆ, ਮੇਰੀ ਬੋਲਣੀ ਦੇ ਵਿੱਚ ਸੁਧਾਰ ਆ ਗਿਆ। ਪਰ ਗੁਰੂ ਦੇ ਬਚਨਾਂ ਨੂੰ ਸੁਣ ਕੇ ਗੁਰੂ ਨੇ ਕਹਿੰਦਾ, ਸਮਝਾ ਦਿੱਤਾ ਵੀ ਇਸ ਜੀਵ ਦੇ ਨਾਲ ਤੂੰ ਪਰਮਾਤਮਾ ਦੀ ਸਿਫਤਾਂ ਕਰਿਆ ਕਰ, ਤੂੰ ਇਹਦਾ ਗਲਤ ਵਰਤੋਂ ਕਰ ਰਿਹਾ। ਮੈਂ ਗੁਰੂ ਦੇ ਆਖੇ ਲੱਗ ਕੇ ਪਰਮਾਤਮਾ ਦੀ ਸਿਫਤਾਂ ਸ਼ੁਰੂ ਕਰ ਦਿੱਤੀਆਂ। ਹੁਣ ਬੜਾ ਆਨੰਦ ਆਉਂਦਾ ਹੁਣ ਮੈਨੂੰ। ਪਰ ਗੁਰੂ ਦੀ ਕਿਰਪਾ ਦੇ ਨਾਲ ਮੇਰਾ ਇਹ ਸੁਭਾਅ ਬਦਲਿਆ। ਇਹ ਅਨਰਸ ਰਾਤ 'ਚ ਰਹੀ ਸੀ ਮੇਰੀ ਰਸਨਾ ਜੀਵ, ਹੁਣ ਪਰਮਾਤਮਾ ਦੀਆਂ ਸਿਫਤਾਂ ਗਾ ਰਹੀ ਹੈ। ਤੇ ਗੁਰ ਕੇ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵਡ ਪ੍ਰਤਾਪ। ਹੁਣ ਗੁਰੂ ਨੇ ਦਇਆ ਕੀਤੀ, ਗੁਰੂ ਦੇ ਬਚਨ ਸੁਣੇ, ਗੁਰਬਾਣੀ ਸਮਝੀ। ਮੈਂ ਬਾਣੀ ਨੂੰ ਸਮਝ ਕੇ ਮੈਨੂੰ ਪਤਾ ਲੱਗਿਆ ਮੈਂ ਤਾਂ ਕੁਛ ਵੀ ਨਹੀਂ। ਗੁਰੂ ਦੇ ਬਚਨ ਸੁਣ ਕੇ ਮੈਂ ਆਪਣੇ ਆਪ ਨੂੰ ਮਿਟਾ ਲਿਆ। ਮੇਰੀ ਹਉਮੈ ਖਤਮ ਹੋ ਗਈ। ਗੁਰੂ ਦੇ ਬਚਨ ਸੁਣਦਾ ਗਿਆ, ਮੇਰਾ ਆਪਾ ਭਾਵ ਖਤਮ ਹੋ ਗਿਆ, ਹਉਮੈ ਖਤਮ ਹੋ ਗਈ। ਹੁਣ ਮੈਨੂੰ ਲੱਗਦਾ ਮੈਂ ਤਾਂ ਕੁਛ ਵੀ ਨਹੀਂ। ਅੱਗੇ ਮੈਨੂੰ ਬੜੀ ਹਉਮੈ ਸੀ, ਉਹ ਖਤਮ ਹੋ ਗਈ। ਹੁਣ ਗੁਰੂ ਦੇ ਬਚਨ ਸੁਣ ਕੇ ਗੁਰਬਾਣੀ ਨੂੰ ਸਮਝਣਾ ਤੇ ਕਮਾਉਣਾ, ਉਹਦੇ ਨਾਲ ਸਾਡੀ ਹਉਮੈ ਖਤਮ ਹੋਊਗੀ। ਜੇ ਬਾਣੀ ਨੂੰ ਪੜ੍ਹ ਕੇ ਸਮਝ ਕੇ ਸਾਡੀ ਹਉਮੈ ਖਤਮ ਹੋ ਗਈ ਤਾਂ ਅਸੀਂ ਬਹੁਤ ਕੁਝ ਪ੍ਰਾਪਤ ਕਰ ਲਿਆ। ਗੁਰੂ ਕੀ ਦਇਆ ਤੇ ਮੇਰਾ ਵਡ ਪ੍ਰਤਾਪ। ਗੁਰੂ ਨੇ ਮੈਨੀ ਦਇਆ ਕੀਤੀ, ਮੈਨੂੰ ਇੰਨਾ ਵਧੀਆ ਗਿਆਨ ਦਿੱਤਾ। ਮੈਂ ਅੱਗੇ ਮੈਂ ਕਰਦਾ ਫਿਰਦਾ ਸੀ, ਹਉਮੈ ਕਰਦਾ ਫਿਰਦਾ ਸੀ, ਉਹ ਖਤਮ ਹੋ ਗਈ। ਐਡੀ ਵੱਡੀ ਦਇਆ ਕਰ ਦਿੱਤੀ, ਮੇਰਾ ਵੱਡਾ ਪ੍ਰਤਾਪ ਹੋ ਗਿਆ। ਮੇਰੀ ਹਉਮੈ ਖਤਮ ਹੋ ਗਈ, ਮੇਰੇ 'ਚ ਨਿਮਰਤਾ ਆ ਗਈ। ਹੁਣ ਇਹ ਪੰਜੇ ਵਿਕਾਰ ਵੀ ਕਾਬੂ ਆਉਣਾ ਸ਼ੁਰੂ ਹੋ ਗਏ ਹੈ, ਇਹ ਪੰਜੇ ਸ਼ਾਂਤ ਹੋਣਾ ਸ਼ੁਰੂ ਹੋ ਗਏ ਹੈ। ਪਰ ਗੁਰੂ ਦੇ ਬਚਨਾਂ ਨਾਲ ਮੇਰੀ ਹਉਮੈ ਖਤਮ ਹੋਈ ਹੈ, ਤਾਂ ਇਹ ਕਾਬੂ ਆਉਣ ਲੱਗੇ। ਗੁਰ ਕੇ ਬਚਨ ਮਿਟਿਆ ਮੇਰਾ ਭਰਮ, ਗੁਰ ਕੇ ਬਚਨ ਪੇਖਿਓ ਸਭ ਭਰਮ। ਅੱਗੇ ਬੜਾ ਮੈਂ ਦੁਬਦਾ ਸੀ, ਭਰਮਾਂ ਸੀ, ਅਗਿਆਨਤਾ ਸੀ। ਗੁਰੂ ਦੇ ਬਚਨ ਸੁਣਦਾ ਗਿਆ ਤਾਂ ਮੈਨੂੰ ਸਾਰੀ ਸਮਝ ਆ ਗਈ, ਇਹ ਤਾਂ ਦੁਨੀਆ ਬੜੀ ਵੱਖਰੀ ਹੈ, ਇਹ ਤਾਂ ਪਰਮਾਤਮਾ ਦਾ ਬਣਾਇਆ ਖੇਲ ਹੈ। ਗੁਰੂ ਦੇ ਬਚਨਾਂ ਰਾਹੀਂ ਮੈਂ ਬਾਣੀ ਨੂੰ ਸਮਝ ਕੇ ਹੁਣ ਜਿੱਧਰ ਵੇਖਦਾ ਮੈਨੂੰ ਪਰਮਾਤਮਾ ਹੀ ਦਿਖਦਾ। ਸਭ ਦਾ ਬ੍ਰਹਮ ਦੇਖਣ ਲੱਗ ਗਿਆ, ਕਣ ਕਣ 'ਚ ਪਰਮਾਤਮਾ ਦਿਸਣ ਲੱਗ ਗਿਆ। ਹੁਣ ਸਾਡੇ ਵੀ ਇੱਕ ਭਰਮ ਖਤਮ ਹੋਣੇ ਚਾਹੀਦੇ ਆ। ਬਾਣੀ ਨੂੰ ਪੜ੍ਹ ਕੇ ਸੁਣ ਕੇ ਸਾਡੇ ਭਰਮ ਖਤਮ ਹੋਣਗੇ। ਸਭ ਥਾਂ ਪਰਮਾਤਮਾ ਵਸਦਾ ਦਿਖਣਾ ਸ਼ੁਰੂ ਹੋਊਗਾ। ਜੇ ਬਾਣੀ ਪੜ੍ਹ ਕੇ ਸਾਨੂੰ ਅਕਾਲ ਪੁਰਖ ਨਿਰਾਕਾਰ ਸਭ 'ਚ ਵਸਦਾ ਮਹਿਸੂਸ ਨਹੀਂ ਹੋਇਆ ਤਾਂ ਸਮਝ ਲਓ ਅਸੀਂ ਬੜੀ ਦੂਰ ਹੈ ਜੀ, ਬੜੀ ਪਿੱਛੇ ਚੱਲ ਰਹੇ ਹਾਂ। ਗੁਰੂ ਦੇ ਬਚਨਾਂ ਨਾਲ ਬਾਣੀ ਪੜ੍ਹ ਕੇ ਜਿਹੜੀ ਮਰਜ਼ੀ ਬਾਣੀ ਪੜ੍ਹੋ, ਸਾਰੀ ਬਾਣੀ ਸਾਨੂੰ ਏਕ ਓਂਕਾਰ ਜਿਹੜਾ ਨਿਰਾਕਾਰ ਹੈ ਸਭ 'ਚ ਵਸਦਾ ਹੈ, ਸਭ 'ਚ ਵਸਦਾ ਦਿਖਾ ਦਿੰਦੀ ਹੈ, ਸਮਝ ਦੇ ਦਿੰਦੀ ਹੈ। ਉਹ ਮਨ ਦੀਆਂ ਅੱਖਾਂ ਨਾਲ ਉਹਨੂੰ ਦੇਖਿਆ ਜਾਂਦਾ ਹੈ। ਇੰਨੀ ਅੱਖੀ ਨਜ਼ਰ ਨਾ ਆਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਗੁਰੂ ਸਾਹਿਬ ਕਹਿੰਦੇ ਆ ਤੁਹਾਡੀਆਂ ਸਿੱਧੀਆਂ ਅੱਖਾਂ ਪਰਮਾਤਮਾ ਨੂੰ ਦੇਖ ਸਕਦੀਆਂ,
ਬਾਣੀ ਦੇ ਗਿਆਨ ਰਾਹੀਂ ਤੁਹਾਡਾ ਮਨ ਸਭ 'ਚ ਪਰਮਾਤਮਾ ਨੂੰ ਦੇਖੂਗਾ। ਕਹਿੰਦੇ ਹੁਣ ਮੇਰੇ ਗੁਰੂ ਦੇ ਬਚਨਾਂ ਨਾਲ ਭਰਮ ਮਿਟ ਗਏ ਹੈ, ਦੁਬਿਧਾ ਖਤਮ ਹੋ ਗਈਆਂ, ਅਗਿਆਨਤਾ ਖਤਮ ਹੋ ਗਈ ਹੈ। ਮੈਨੂੰ ਹੁਣ ਬਾਣੀ ਸਮਝ ਕੇ ਸਭ ਥਾਂ ਪਰਮਾਤਮਾ ਵਸਦਾ ਮਹਿਸੂਸ ਹੋਣ ਲੱਗ ਗਿਆ, ਦਿਸਣ ਲੱਗ ਗਿਆ। ਅਸੀਂ ਸਭ ਨੇ ਇਸ ਅਵਸਥਾ 'ਤੇ ਜਾਣਾ ਹੈ, ਜਿੱਧਰ ਦੇਖੀਏ ਸਭ 'ਚ ਪਰਮਾਤਮਾ ਦੇਖਣਾ ਚਾਹੀਦਾ। ਹਰੇਕ ਵਸਤੂ ਦੇ ਅੰਦਰ, ਹਰੇਕ ਜੀਵ ਦੇ ਅੰਦਰ, ਪੱਤੇ ਪੱਤੇ ਦੇ ਅੰਦਰ ਪਰਮਾਤਮਾ ਵਸਦਾ ਦਿਖਣਾ ਚਾਹੀਦਾ। ਹਵਾ ਦੇ ਅੰਦਰ, ਪਾਣੀ ਦੇ ਅੰਦਰ, ਅੱਗ ਦੇ ਅੰਦਰ ਵੀ ਪਰਮਾਤਮਾ ਦਿਸਣਾ ਚਾਹੀਦਾ। ਫਿਰ ਸਾਡੀ ਗੱਤ ਹੋ ਸਕਦੀ ਹੈ, ਐਵੇਂ ਨਹੀਂ। ਪਰ ਪੂਰਾ ਗਿਆਨ ਲੈ ਕੇ ਭਰਮ ਖਤਮ ਹੁੰਦੇ ਆ, ਉਦੋਂ ਸਭ 'ਚ ਪਰਮਾਤਮਾ ਦਿਖਦਾ। ਤੇ ਗੁਰ ਕੇ ਬਚਨ ਕੀਨੋ ਰਾਜ ਜੋਗ, ਗੁਰ ਕੇ ਸੰਗ ਤਰਿਆ ਸਭ ਲੋਕ। ਕਹਿੰਦੇ ਮੈਂ ਪਹਿਲਾਂ ਭਿਖਾਰੀ ਬਣਿਆ ਫਿਰਦਾ ਸੀ, ਪਰ ਬਾਣੀ ਸਮਝੀ, ਬਾਣੀ 'ਤੇ ਅਮਲ ਕੀਤਾ, ਗੁਰੂ ਦੇ ਬਚਨਾਂ ਨਾਲ ਹੁਣ ਮੈਂ ਜੀਵਨ ਬਤੀਤ ਕਰਦਾ। ਮੈਨੂੰ ਹੁਣ ਬੜਾ ਵੱਡਾ ਰਾਜ ਮਿਲ ਗਿਆ, ਮੈਂ ਬੜਾ ਵੱਡਾ ਰਾਜ ਮਾਣ ਲਿਆ। ਗੁਰੂ ਦੇ ਬਚਨਾਂ ਨਾਲ ਕੀ ਹੋਇਆ? ਪਰਮਾਤਮਾ ਨਾਲ ਮਿਲਾਪ ਹੋਇਆ, ਉਹਨੂੰ ਯਾਦ ਕਰਨਾ ਸਿੱਖ ਲਿਆ ਮੈਂ, ਤੇ ਮੇਰੇ ਪੰਜੇ ਕਾਬੂ ਆ ਗਏ। ਹੁਣ ਮਨ ਬੜਾ ਆਨੰਦ ਦੇ ਵਿੱਚ ਰਹਿੰਦਾ, ਚਿੰਤਾਵਾਂ ਖਤਮ ਹੋ ਗਈਆਂ ਮੇਰਾ। ਮੈਂ ਹੁਣ ਰਾਜ ਭੋਗ ਕਰ ਰਿਹਾ, ਦੁਨੀਆ ਦੇ ਰਾਜੇ ਨਾਲੋਂ ਵੀ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ। ਪਰ ਕਿਵੇਂ ਕੀਤਾ? ਗੁਰੂ ਦਾ ਸੰਗ ਕਰਕੇ ਤਰਿਆ ਮੈਂ, ਗੁਰੂ ਦਾ ਸੰਗ ਕਰਕੇ ਗੁਰਬਾਣੀ ਅਨੁਸਾਰ ਚੱਲ ਕੇ ਮੈਂ ਤਰ ਗਿਆ, ਪੰਜਾਂ ਨੂੰ ਕਾਬੂ ਕਰ ਲਿਆ। ਮੈਂ ਪੰਜਾਂ ਦਾ ਸਮੁੰਦਰ ਹੁਣ ਪਾਰ ਲੰਘ ਗਿਆ, ਪਰ ਗੁਰੂ ਦਾ ਕਹਿਣਾ ਮੰਨ ਮੰਨ ਕੇ ਗੁਰੂ ਦੀ ਉਂਗਲ ਪਕੜੀ ਤੇ ਮੈਂ ਹੁਣ ਤਰਿਆ। ਸਭ ਲੋਕ, ਸਾਰਾ ਜਗਤ ਹੀ, ਪੰਜੇ ਵਿਕਾਰ ਹੀ ਮੈਂ ਜਿੱਤ ਲਿਆ। ਇਹਨਾਂ ਦਾ ਸਮੁੰਦਰ ਮੈਂ ਪਾਰ ਲੰਘ ਗਿਆ। ਗੁਰ ਕੇ ਬਚਨ ਮੇਰੀ, ਗੁਰ ਕੇ ਬਚਨ ਮੇਰੇ ਕਾਰਜ ਸਿੱਧ, ਗੁਰ ਕੇ ਬਚਨ ਪਾਇਆ ਨੌ ਨਿਧ। ਹੁਣ ਮੇਰੇ ਕਾਰਜ ਸਿੱਧ ਹੋ ਗਿਆ, ਮਨ ਮੇਰਾ ਕਾਬੂ ਆ ਗਿਆ, ਪੰਜੇ ਕਾਬੂ ਆ ਗਏ, ਮਨ ਸ਼ਾਂਤ ਹੋ ਗਿਆ, ਬੜਾ ਆਨੰਦ 'ਚ ਰਹਿੰਦਾ ਹੁਣ ਮੈਂ। ਹਮੇਸ਼ਾ ਫੁੱਲ ਵਾਂਗ ਖਿੜਿਆ ਰਹਿੰਦਾ। ਅੱਗੇ 24 ਘੰਟੇ ਚਿੰਤਾਵਾਂ ਦੇ ਵਿੱਚ ਸੀ, ਪਰ ਮੈਂ ਗੁਰੂ ਦੇ ਬਚਨਾਂ ਨੂੰ ਸੁਣਿਆ ਤੇ ਕਮਾਇਆ, ਬਾਣੀ ਨੂੰ ਆਪ ਸਮਝਿਆ ਤੇ ਆਪ ਹੀ ਕਮਾਇਆ। ਮੇਰਾ ਕਾਰਜ ਸਿੱਧ ਹੋ ਗਿਆ, ਮੇਰਾ ਮਨ ਕਾਬੂ ਆ ਗਿਆ, ਪੰਜੇ ਕਾਬੂ ਆ ਗਿਆ, ਮਨ ਰੱਜ ਗਿਆ। ਪਰ ਕਿਵੇਂ ਰਜਿਆ? ਗੁਰੂ ਦੇ ਬਚਨਾਂ ਦੇ ਚੱਲ ਕੇ ਮੈਂ 9 ਨਿਧੀ 18 ਸਿੱਧੀਆਂ ਦਾ ਖਜ਼ਾਨਾ ਨਾਮ ਨੂੰ ਪ੍ਰਾਪਤ ਕਰ ਲਿਆ। ਹੁਣ ਮੈਨੂੰ ਪਰਮਾਤਮਾ ਹਰ ਵੇਲੇ ਯਾਦ ਆਉਣ ਲੱਗ ਗਿਆ। ਉਸ ਯਾਦ ਨੇ ਮੈਨੂੰ ਪੰਜਾਂ ਵਿਕਾਰਾਂ ਤੋਂ ਕੱਢ ਲਿਆ। ਹੁਣ ਸਮਝ ਲਓ ਮੇਰੇ ਕੋਲੇ ਸਾਰੀਆਂ ਰਿੱਧੀਆਂ ਸਿੱਧੀਆਂ ਆ ਗਈਆਂ, ਨਾਮ ਹਾਸਲ ਕਰ ਲਿਆ, ਮਨ ਮੇਰਾ ਰੱਜ ਗਿਆ, ਸਦਾ ਆਨੰਦ ਤੇ ਵਿਗਾਸ ਦੇ ਵਿੱਚ ਰਹਿਣਾ ਹੁਣ ਮੈਂ। ਇਹ ਕਹਿੰਦਾ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਨ ਕੀ ਕੱਟੀਏ ਜਮ ਕੀ ਫਾਸਾ। ਕਹਿੰਦਾ ਜਿਸ ਜਿਸ ਆਦਮੀ ਨੇ ਗੁਰੂ ਦੀ ਤੇ ਆਸ ਰੱਖੀ, ਗੁਰੂ ਮੁਤਾਬਕ ਚੱਲੇ। ਅੱਜ ਵੀ ਜਿਹੜਾ ਗੁਰਬਾਣੀ ਆਪ ਸਮਝੂਗਾ, ਗੁਰਬਾਣੀ ਅਨੁਸਾਰ ਚੱਲੂਗਾ, ਗੁਰਬਾਣੀ ਤੇ ਆਸ ਰੱਖਣ ਦਾ ਮਤਲਬ ਗੁਰਬਾਣੀ ਅਨੁਸਾਰ ਜ਼ਿੰਦਗੀ ਬਤੀਤ ਕਰਨੀ। ਜੋ ਵੀ ਅੱਜ ਵੀ ਗੁਰਬਾਣੀ ਸਮਝ ਕੇ ਗੁਰਬਾਣੀ ਤੇ ਅਮਲ ਕਰੂਗਾ, ਉਹਦੇ ਜਮਾਂ ਦੀ ਫਾਈ ਕੱਟੀ ਜਾਊਗੀ, ਉਹਦੇ ਪੰਜੇ ਕਾਬੂ ਆ ਜਾਣਗੇ। ਪੰਜਾਂ ਨੂੰ ਕਾਬੂ ਕਰਨਾ ਹੀ ਦੁਨੀਆ ਨੂੰ ਜਿੱਤਣਾ, ਪੰਜਾਂ ਨੂੰ ਕਾਬੂ ਕਰਨਾ ਹੀ ਮਨ ਨੂੰ ਜਿੱਤਣਾ। ਗੁਰੂ ਦੇ ਬਚਨਾਂ ਤੇ ਚੱਲ ਕੇ ਪੰਜੇ ਕਾਬੂ ਆ ਜਾਂਦੇ ਆ, ਜਮਾਂ ਦੀ ਫਾਈ ਕੱਟੀ ਜਾਂਦੀ ਆ। ਪਰ ਕੋਈ ਵਿਰਲਾ ਹੀ ਹੈ ਜਿਹਨੇ ਜਮਾਂ ਦੀ ਫਾਈ ਕੱਟੀ ਹੋਵੇ, ਜਿਹਦੇ ਪੰਜੇ ਕਾਬੂ ਆ ਗਏ ਹੋਣ। ਵਿਰਲੇ ਹੀ ਗੁਰੂ ਦੀ ਆਸਾ ਤੇ ਚੱਲਦੇ ਆ, ਗੁਰੂ ਦਾ ਕਹਿਣਾ ਮੰਨਦੇ ਆ। ਜਿਹੜੇ ਕਹਿਣਾ ਮੰਨਦੇ ਆ ਉਹਨਾਂ ਦੇ ਪੰਜੇ ਵਿਕਾਰ ਕਾਬੂ ਆ ਜਾਂਦੇ ਆ। ਪੰਜੇ ਵਿਕਾਰਾਂ ਨੂੰ ਕਾਬੂ ਕਰਨਾ ਦੁਨੀਆ ਨੂੰ ਜਿੱਤਣ ਤੋਂ ਵੀ ਉੱਪਰ ਦੀ ਖੇਡ ਹੈ। ਇਹ ਬੜੇ ਮਹਾਬਲੀ ਹੈ ਪੰਜੇ, ਇਹਨਾਂ ਨੂੰ ਆਪਦੀ ਮੱਤ ਨਾਲ ਨਹੀਂ ਜਿੱਤ ਸਕਦੇ। ਗੁਰੂ ਦੀ ਮੱਤ ਲੈ ਕੇ, ਗੁਰੂ ਇੱਕ ਵਿਧੀ ਦੱਸਦਾ ਹੈ
ਤਰੀਕਾ ਦੱਸਦਾ ਇਹਨਾਂ ਨੂੰ ਕਾਬੂ ਕਰਨ ਦਾ, ਉਸ ਨਾਲ ਇਹ ਕਾਬੂ ਆਉਂਦੇ। ਗੁਰ ਕੇ ਵਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਕਹਿੰਦੇ ਸਾਡੇ ਭਾਗ ਜਾਗ ਪੈਂਦੇ, ਕਿਸਮਤ ਜਾਗ ਪੈਂਦੀ ਹੈ। ਮਾੜੀ ਤੋਂ ਮਾੜੀ ਕਿਸਮਤ ਵਾਲੇ ਦੀ ਵੀ ਵਧੀਆ ਕਿਸਮਤ ਬਣ ਜਾਣੀ ਹੈ ਜੇ ਕੋਈ ਅੱਜ ਗੁਰੂ ਦੇ ਬਚਨਾਂ ਨੂੰ ਸੁਣ ਲੇ ਤੇ ਕਮਾ ਲੇ। ਜਿਹੜੇ ਗੁਰੂ ਦੇ ਬਚਨਾਂ ਨੂੰ ਸਮਝਦੇ ਆ, ਕਮਾਉਂਦੇ, ਉਹਨਾਂ ਦੇ ਭਾਗ ਖੁੱਲ੍ਹ ਜਾਂਦੇ ਆ, ਖੁੱਲ੍ਹ ਜਾਣਗੇ, ਸਾਡੇ ਵੀ ਖੁੱਲ੍ਹ ਜਾਣਗੇ। ਆਓ ਖੋਲੀਏ। ਨਾਨਕ ਗੁਰ ਭੇਟਿਆ ਪਾਰ ਬ੍ਰਹਮ, ਕਹਿੰਦੇ ਗੁਰੂ ਨਾਲ ਭੇਟਾ ਕਰਕੇ, ਗੁਰੂ ਦਾ ਕਹਿਣਾ ਮੰਨ ਕੇ ਪਰਮਾਤਮਾ ਪਾਰ ਬ੍ਰਹਮ ਏਕ ਓਂਕਾਰ ਨਾਲ ਭੇਟਾ ਹੋ ਜਾਂਦੀ ਹੈ, ਉਹਦੇ ਨਾਲ ਮਿਲਾਪ ਹੋ ਜਾਂਦਾ, ਉਹ ਮਨ 'ਚ ਵਸ ਜਾਂਦਾ, ਸਵਾਸ ਸਵਾਸ ਚੇਤੇ ਕਰਨਾ ਆ ਜਾਂਦਾ। ਗੁਰੂ ਨੂੰ ਮਿਲ ਕੇ, ਗੁਰੂ ਨਾਲ ਭੇਟਾ ਕਰਕੇ ਪਾਰ ਬ੍ਰਹਮ ਕਣ ਕਣ 'ਚ ਵਸਦਾ ਦਿਖਦਾ। ਫਿਰ ਉਹਨੂੰ ਹਰ ਵੇਲੇ ਯਾਦ ਕਰਨਾ ਸਿੱਖ ਲੈਂਦਾ। ਜਦੋਂ ਹਰ ਵੇਲੇ ਯਾਦ ਆ ਜਾਂਦਾ, ਉਦੋਂ ਭਾਗ ਜਾਗ ਪੈਂਦੇ ਆ, ਕਿਸਮਤ ਖੁੱਲ੍ਹ ਜਾਂਦੀ ਹੈ। ਆਓ ਅਸੀਂ ਵੀ ਆਪਦੀ ਕਿਸਮਤ ਖੋਲ੍ਹੀਏ, ਗੁਰੂ ਦੇ ਬਚਨਾਂ ਨੂੰ ਸਮਝੀਏ ਅਤੇ ਕਮਾਈਏ। ਗੁਰੂ ਦੇ ਬਚਨ ਹੈ ਬਾਣੀ ਦਾ ਅੱਖਰ ਅੱਖਰ, ਗੁਰੂ ਦੇ ਬੋਲ ਹੈ, ਇਹਨਾਂ ਨਾਲ ਭੇਟਾ ਕਰਨੀ ਪੈਂਦੀ, ਸਮਝਣੀ ਪੈਂਦੀ ਅਤੇ ਕਮਾਉਣਾ ਪੈਂਦੇ ਆ। ਇਹ ਸਾਰੇ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਗੁਰੂ ਦੇ ਬਚਨਾਂ 'ਤੇ ਚੱਲਣ ਦੀ ਗੱਲ ਕੀਤੀ ਹੈ, ਬਾਣੀ ਨੂੰ ਸਮਝਣ ਅਤੇ ਕਮਾਉਣ ਦੀ ਗੱਲ ਕੀਤੀ ਹੈ। ਬਾਣੀ ਦਾ ਅੱਖਰ ਅੱਖਰ ਗੁਰੂ ਦੇ ਬਚਨ ਹੈ, ਗੁਰੂ ਦੇ ਬੋਲ ਹੈ, ਗੁਰੂ ਦੇ ਉਪਦੇਸ਼ ਹੈ। ਇਹਨਾਂ ਨੂੰ ਸਮਝਣਾ ਵੀ ਹੁੰਦਾ ਅਤੇ ਕਮਾਉਣਾ ਵੀ ਹੁੰਦਾ। ਉਸ ਨਾਲ ਫਿਰ ਬੜੀ ਪਰਮ ਪਦ ਮਿਲਦੀ ਹੈ, ਪੰਜੇ ਕਾਬੂ ਆ ਜਾਂਦੇ ਹੈ, ਅੰਮ੍ਰਿਤ ਆ ਜਾਂਦਾ ਇਸ ਜਵਾਨ 'ਤੇ ਉੱਤੇ, ਅੰਮ੍ਰਿਤ ਆ ਜਾਂਦਾ, ਮਨ ਰੱਜ ਜਾਂਦਾ। ਮਨ ਨੂੰ ਰਜਾ ਕੇ ਅਸੀਂ ਕਿਸਮਤ ਵਾਲੇ ਬਣ ਸਕਦੇ ਹਾਂ, ਪਰ ਗੁਰੂ ਦੇ ਬਚਨਾਂ ਨੂੰ ਸਮਝਣਾ ਪਊ ਅਤੇ ਕਮਾਉਣਾ ਪਊ। ਕੋਈ ਵੀ ਬਾਣੀ ਪੜ੍ਹੀਏ, ਉਹਨੂੰ ਪੂਰੀ ਤਰ੍ਹਾਂ ਸਮਝੀਏ ਅਤੇ ਉਹਨੂੰ ਕਮਾਉਣ ਦੀ ਕੋਸ਼ਿਸ਼ ਕਰੀਏ। ਜਿਹੜਾ ਬਾਣੀ ਨੂੰ ਸਮਝੂਗਾ, ਕਮਾਊਗਾ, ਉਸੇ ਨੂੰ ਹੀ ਸੁੱਖ ਮਿਲਣੇ ਆ, ਦੂਜੇ ਨੂੰ ਨਹੀਂ ਮਿਲਦੇ। ਜਿਹੜੇ ਪੜ੍ਹ ਗੱਡੇ ਲੱਦੇ, ਉਹਨਾਂ ਨੂੰ ਕੋਈ ਸੁੱਖ ਨਹੀਂ ਮਿਲਦੇ। ਗੁਰੂ ਦੇ ਬਚਨਾਂ ਨੂੰ ਸਮਝਣਾ ਅਤੇ ਕਮਾਉਣਾ ਦੋਨੇ ਪੈਂਦਾ। ਸੁਨਤ ਕਮਾਵਤ ਹੋਤ ਉਦਾਰ, ਆਪ ਤਰੇ ਲੋਕਾਂ ਨਿਸਤਾਰ। ਗੁਰੂ ਦੇ ਬਚਨਾਂ ਨੂੰ ਸੁਣਨਾ ਵੀ ਹੈ ਅਤੇ ਕਮਾਉਣਾ ਵੀ ਹੈ। ਜਿਹੜਾ ਆਦਮੀ ਗੁਰੂ ਦੇ ਬਚਨਾਂ ਨੂੰ ਸੁਣੂਗਾ, ਕਮਾਊਗਾ, ਉਹ ਆਪ ਤਾਂ ਤਰੂਗਾ, ਦੂਜਿਆਂ ਨੂੰ ਵੀ ਤਾਰ ਲਊਗਾ। ਇਹ ਪਹਿਲੇ ਭਾਗ 'ਚ ਅਸੀਂ 8ਵੀਂ ਅਸ਼ਟਪਦੀ ਕੀਤੀ ਹੈ। 8 ਪਦਿਆਂ 'ਚ ਹੀ ਗੁਰੂ ਸਾਹਿਬ ਨੇ ਗੁਰੂ ਦੇ ਬਚਨਾਂ ਨੂੰ ਸੁਣਨ ਅਤੇ ਕਮਾਉਣ ਦੀ ਹਦਾਇਤ ਕੀਤੀ ਹੈ। ਸਰਲ ਬਾਣੀ ਪੜ੍ਹੀਏ, ਸੌਖੀ ਬਾਣੀ ਪੜ੍ਹੀਏ, ਉਹਨੂੰ ਸਮਝੀਏ ਅਤੇ ਕਮਾਈਏ। ਜਿਹਨੂੰ ਬਾਣੀ ਦੀ ਸਮਝ ਆਉਣ ਲੱਗ ਗਈ, ਸਾਰੇ ਗ੍ਰੰਥ ਸਾਹਿਬ ਦੀ ਸਮਝ ਆਉਂਦੀ ਹੈ ਉਹਨੂੰ। ਫਿਰ 1-2 ਬਾਣੀਆਂ ਨੂੰ ਸਮਝ ਲਈਏ ਤਾਂ